Good morning my dear students. How are you? Hope you all are great. हाँ जी बेटा, ਅੱਜ ਆਪਾਂ ਕਰਾਂਗੇ ਲੈਸਨ ਨੰਬਰ 2 ਜਿਓਗ੍ਰਾਫੀ ਦਾ। ਇਸ ਤੋਂ ਪਹਿਲਾਂ ਆਪਾਂ ਭੂਗੋਲ ਦਾ ਫਸਟ ਚੈਪਟਰ ਕਰ ਲਿਆ ਤੇ ਹਿਸਟਰੀ ਦੇ ਤਿੰਨੋਂ ਚੈਪਟਰਸ ਵੀ ਆਪਣੇ ਹੋ ਚੁੱਕੇ ਆ ਤੇ ਇਕਨੋਮਿਕਸ ਦਾ ਫਸਟ ਚੈਪਟਰ ਵੀ ਹੋ ਚੁੱਕਾ। ਇਹ ਸਾਰੇ ਚੈਪਟਰ ਤੁਹਾਡੇ ਬਾਈ ਮੰਥਲੀ ਸਿਲੇਬਸ ਦੇ ਵਿੱਚ ਸ਼ਾਮਿਲ ਹੈਗੇ ਆ, ਅਪ੍ਰੈਲ ਔਰ ਮਈ ਦੇ ਸਿਲੇਬਸ ਦੇ ਵਿੱਚ, ਤੇ ਤੁਸੀਂ ਇਹ ਸਾਰਿਆਂ ਨੂੰ ਰਿਵਾਈਜ਼ ਕਰ ਲਓ। ਤੇ ਚਲੋ ਫਿਰ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਸਟਾਰਟ ਲੈਸਨ ਨੰਬਰ 2 ਧਰਾਤਲ। ਠੀਕ ਹੈ, ਆਪਾਂ ਨੂੰ ਪਤਾ ਕਿ ਆਪਣਾ ਦੇਸ਼ ਬਹੁਤ ਵੱਡਾ ਆ, ਠੀਕ ਹੈ, ਤੇ ਆਪਣੇ ਦੇਸ਼ ਦਾ ਜਿਹੜਾ ਧਰਾਤਲ ਹੈ ਉਹ ਵੀ ਇੱਕਸਾਰ ਨਹੀਂ ਹੈਗਾ। ਇਸ ਦੇ ਵਿਸ਼ਾਲ ਖੇਤਰਫਲ ਦੇ ਉੱਤੇ ਇੱਕ ਸਾਈਡ ਉੱਤਰੀ ਸਾਈਡ ਦੇ ਉੱਤੇ ਤਾਂ ਹਿਮਾਲਿਆ ਪਰਬਤ ਹੋਇਆ ਤੇ ਨਾਲ ਹੀ ਉਹਨਾਂ ਦੇ ਵਿਸ਼ਾਲ ਜਲੋਢੀ ਮੈਦਾਨ ਆ, ਤੇ ਦੱਖਣੀ ਭਾਗ ਦੇ ਵਿੱਚ ਪੁਰਾਣੀਆਂ ਚਟਾਨਾਂ ਦੀਆਂ ਬਣੀਆਂ ਹੋਈਆਂ ਪਠਾਰੀ ਪਲੇਟਾਂ ਹੈਗੀਆਂ ਤੇ ਇਸ ਪਠਾਰ ਦੇ ਤਿੰਨ ਪਾਸੇ ਕਿਨਾਰਿਆਂ ਤੋਂ ਸਮੁੰਦਰ ਨਾਲ ਲੱਗਦੇ ਤੱਟ ਦੇ ਮੈਦਾਨ ਬਣੇ ਹੋਏ ਆ ਤੇ ਇਹਨਾਂ ਭੂ-ਭਾਗਾਂ ਤੋਂ ਇਲਾਵਾ ਸਮੁੰਦਰੀ ਖੇਤਰਾਂ ਵਿੱਚ ਘਿਰੇ ਹੋਏ ਬਹੁਤ ਸਾਰੇ ਦੀਪ ਸਮੂਹ ਵੀ ਹੈਗੇ ਆ। ਭਾਰਤ ਦੇ ਧਰਾਤਲ ਨੂੰ ਆਪਾਂ ਮੁੱਖ ਤੌਰ ਤੇ 5 ਭਾਗਾਂ ਦੇ ਵਿੱਚ ਵੰਡ ਲੈਂਦੇ ਆ। ਠੀਕ, ਨੰਬਰ ਤੇ ਆਪਾਂ ਲੈ ਲੈਂਦੇ ਆ ਹਿਮਾਲਿਆਈ ਪਰਬਤੀ ਖੇਤਰ, ਹਿਮਾਲਯਨ ਮਾਊਂਟੇਨ ਰੀਜਨ, ਤੇ ਨੰਬਰ 2 ਤੇ ਆ ਜਾਂਦੇ ਆ ਉੱਤਰੀ ਵਿਸ਼ਾਲ ਮੈਦਾਨ, ਦ ਗ੍ਰੇਟ ਨਾਰਦਰਨ ਪਲੇਨ। ਨੰਬਰ 3 ਤੇ ਆ ਜਾਂਦੇ ਆ ਪ੍ਰਾਇਦੀਪੀ ਪਠਾਰ ਦੇ ਖੇਤਰ ਜਿਨ੍ਹਾਂ ਨੂੰ ਆਪਾਂ ਪੈਂਸਿਲਰ ਪਲੈਟਿਊ ਰੀਜਨ ਕਹਿ ਦਿੰਦੇ ਆ। ਨੰਬਰ 4 ਤੇ ਆ ਜਾਂਦੇ ਤੱਟ ਦੇ ਮੈਦਾਨ, ਕੋਸਟਲ ਪਲੇਨਸ, ਤੇ ਨੰਬਰ 5 ਤੇ ਆਉਂਦੇ ਆ ਭਾਰਤੀ ਦੀਪ, ਦ ਇੰਡੀਅਨ ਆਈਲੈਂਡਸ। ਠੀਕ ਹੈ, ਸੋ ਹਿਮਾਲੀ ਖੇਤਰ ਹੋ ਗਏ, ਉੱਤਰੀ ਵਿਸ਼ਾਲ ਮੈਦਾਨ ਹੋ ਗਏ, ਪ੍ਰਾਇਦੀਪੀ ਪਠਾਰਾਂ ਦਾ ਖੇਤਰ ਹੋ ਗਿਆ, ਤੱਟ ਦੇ ਮੈਦਾਨ ਹੋ ਗਏ ਤੇ ਭਾਰਤੀ ਦੀਪ ਹੋ ਗਏ, ਤੇ ਇਹਦੇ ਵਿੱਚ ਹੀ ਆਪਣਾ ਸਾਰਾ ਭਾਰਤ ਵੰਡਿਆ ਹੋਇਆ ਆ। ਫਸਟ ਕੁਐਸਚਨ ਇਜ਼ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੋਂ ਕਸ਼ਮੀਰ ਤੱਕ ਕਿਹੜੀ ਭੌਤਿਕ ਇਕਾਈ ਦਾ ਵਿਸਥਾਰ ਹੈ? ਮੈਦਾਨ, ਪਠਾਰ, ਹਿਮਾਲਿਆ ਪਰਬਤ ਜਾਂ ਤੱਟ ਦੇ ਮੈਦਾਨ? ਇਹ ਹੈਗੇ ਆ ਹਿਮਾਲਿਆ ਪਰਬਤ। ਇਹਨਾਂ ਦਾ ਕੁੱਲ ਖੇਤਰਫਲ ਕਿੰਨਾ ਹੈਗਾ? 5 ਲੱਖ ਵਰਗ ਕਿਲੋਮੀਟਰ, ਤੇ ਇਹਨਾਂ ਦੀ ਔਸਤ ਉਚਾਈ ਹੈਗੀ ਹੈ 5100 ਮੀਟਰ ਜਾਂ 17000 ਫੁੱਟ। ਕੁਐਸਚਨ ਨੰਬਰ 2, ਅੱਜ ਜਿਸ ਸਥਾਨ ਤੇ ਹਿਮਾਲਿਆ ਪਰਬਤ ਸਥਿਤ ਹੈ ਲਗਭਗ ਕਈ ਸਾਲ ਪਹਿਲਾਂ ਇੱਥੇ ਕਿਹੜਾ ਸਾਗਰ ਸੀ? ਲਾਲ ਸਾਗਰ, ਕੈਸਪੀਅਨ ਸਾਗਰ, ਟੈਥੀਜ਼ ਸਾਗਰ ਜਾਂ ਕਾਲਾ ਸਾਗਰ? ਉਸ ਟਾਈਮ ਇੱਥੇ ਸੀ ਟੈਥੀਜ਼ ਸਾਗਰ। ਇਹਨਾਂ ਪਰਬਤਾਂ ਦਾ ਜਨਮ ਜਿਹੜਾ ਆ ਉਹ ਅੱਜ ਤੋਂ ਲਗਭਗ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ, ਤੇ ਉਸ ਸਮੇਂ ਇਹਨਾਂ ਪਰਬਤਾਂ ਦੀ ਥਾਂ ਤੇ ਟੈਥੀਜ਼ ਨਾਂ ਦਾ ਇੱਕ ਸਮੁੰਦਰ ਹੁੰਦਾ ਸੀਗਾ ਜਿਹਦੇ ਤਲ ਤੋਂ ਉੱਤਰ ਦੇ ਵੱਲ ਤਿੱਬਤ ਦੀ ਪਠਾਰ ਤੇ ਦੱਖਣ ਦੇ ਵੱਲ ਗੋਂਡਵਾਨਾ ਲੈਣ ਤੋਂ ਨਦੀਆਂ ਦੇ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾ ਕਰਕੇ ਤਲਛਟ ਜਿਹੜੇ ਸੀ ਉਹ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤੇ ਧਰਤੀ ਦੀਆਂ ਅੰਦਰੂਨੀ ਸ਼ਕਤੀਆਂ ਦੇ ਕਰਕੇ ਜਿਹੜੇ ਦੋਨੋਂ ਪਠਾਰ ਸੀਗੇ ਇਹ ਆਪਸ ਦੇ ਵਿੱਚ ਵਧਣ ਲੱਗ ਪਏ ਇੱਕ ਦੂਸਰੇ ਦੇ ਵੱਲ, ਤੇ ਫਿਰ ਇਹਨਾਂ ਦੇ ਵਿਚਕਾਰੋਂ ਹੀ ਇਹਨਾਂ ਪਠਾਰਾਂ ਦੇ ਵਿੱਚ ਤਲਛਟ ਦੇ ਵਿੱਚ ਮੋੜ ਪੈ ਗਏ ਤੇ ਇਹਨਾਂ ਦੀ ਉਚਾਈ ਹੌਲੀ ਹੌਲੀ ਵੱਧਦੀ ਗਈ, ਤੇ ਅੱਜ ਵੀ ਇਹ ਪਰਬਤੀ ਖੇਤਰ ਉੱਚੇ ਹੋ ਰਹੇ ਹੈਗੇ ਆ। ਇਹ ਪਰਬਤ ਸਾਰਾ ਸਾਲ ਬਰਫ਼ ਨਾਲ ਢਕੇ ਰਹਿੰਦੇ ਆ ਤੇ ਇਸ ਕਰਕੇ ਇਹਨਾਂ ਦਾ ਨਾਮ ਹਿਮਾਲਿਆ ਪੈ ਗਿਆ। ਤੇ ਇਸ ਤੋਂ ਇਲਾਵਾ ਇਹਨਾਂ ਪਰਬਤ ਸ਼੍ਰੇਣੀਆਂ ਨੂੰ ਹਿਮਵਨ ਵੀ ਕਿਹਾ ਜਾਂਦਾ, ਹਿਮਾਦਰੀ ਵੀ ਕਿਹਾ ਜਾਂਦਾ ਜਾਂ ਹਿਮਾਚਲ ਦੇ ਨਾਮ ਦੇ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਆ। ਤੇ ਕੁਐਸਚਨ ਨੰਬਰ 3, ਹੇਠ ਲਿਖਿਆਂ ਵਿੱਚੋਂ ਹਿਮਾਲਿਆ ਦੀਆਂ ਕਿਹੜੀਆਂ ਪਰਬਤ ਸ਼੍ਰੇਣੀਆਂ ਦਾ ਜ਼ਿਆਦਾ ਹਿੱਸਾ ਤਿੱਬਤ ਦੇ ਵਿੱਚ ਆ? ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਟਰਾਂਸ ਹਿਮਾਲਿਆ ਜਾਂ ਬਾਹਰੀ ਹਿਮਾਲਿਆ? ਇਹ ਹੈਗਾ ਟਰਾਂਸ ਹਿਮਾਲਿਆ। ਜਿਹੜਾ ਟਰਾਂਸ ਹਿਮਾਲਿਆ ਦਾ ਖੇਤਰ ਹੈਗਾ ਇਹਨਾਂ ਦਾ ਜ਼ਿਆਦਾਤਰ ਭਾਗ ਤਿੱਬਤ ਦੇ ਵਿੱਚ ਹੈਗਾ, ਇਸੇ ਕਰਕੇ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਹਿ ਦਿੰਦੇ ਆ। ਤੇ ਜਾਸਕਰ, ਕਰਾਕੁਰਮ, ਲਦਾਖ, ਕੈਲਾਸ਼ ਇਹ ਸਾਰੀਆਂ ਲੜੀਆਂ ਦੇ ਵਿੱਚ ਹੀ ਹੈਗੀਆਂ, ਤੇ ਇਹ ਪਰਬਤੀ ਖੇਤਰ ਉੱਚੀਆਂ ਤੇ ਬਲਦਰ ਚੋਟੀਆਂ ਤੇ ਗਲੇਸ਼ੀਅਰਾਂ ਦੇ ਲਈ ਵੀ ਪ੍ਰਸਿੱਧ ਹੈਗੇ ਆ। ਮਾਊਂਟ ਕੇ ਜਾਂ ਗੋਡਵਿਨ ਆਸਟਿਨ ਇਸ ਖੇਤਰ ਦੀ ਸਭ ਤੋਂ ਉੱਚੀ ਚੋਟੀ ਹੈਗੀ ਆ ਤੇ ਪ੍ਰਿਥਵੀ ਦੀ ਦੂਸਰੀ ਉੱਚੀ ਚੋਟੀ ਆ। ਹਾਂਜੀ, ਕੁਐਸਚਨ ਨੰਬਰ 4, ਗੋਡਵਿਨ ਆਸਟਿਨ K2 ਕਿਸ ਪਰਬਤ ਸ਼੍ਰੇਣੀ ਵਿੱਚ ਪੈਂਦੀ ਹੈ? ਕਰਾਕੁਰਮ, ਜਾਸਕਰ, ਲਦਾਖ ਜਾਂ ਕੈਲਾਸ਼? ਇਹ ਹੈਗੀ ਆ ਕਰਾਕੁਰਮ 'ਚ। ਕੁਐਸਚਨ ਨੰਬਰ 5, ਹੇਠ ਲਿਖਿਆਂ ਵਿੱਚੋਂ ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਮਾਊਂਟ ਐਵਰੈਸਟ, ਕੰਚਨਜੰਗਾ, ਨੰਦਾ ਦੇਵੀ ਜਾਂ ਗੁਰੂ ਸ਼ਿਖਰ? ਇਹ ਹੈਗੀ ਆ ਕੰਚਨਜੰਗਾ। ਕੁਐਸਚਨ ਨੰਬਰ 6, ਤੁਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਪੀਰ ਪੰਜਾਲ ਪਰਬਤ ਸ਼੍ਰੇਣੀ ਦੇਖਣ ਜਾਣਾ ਹੈ, ਤੁਹਾਨੂੰ ਕਿਸ ਰਾਜ ਵਿੱਚ ਜਾਣਾ ਪਵੇਗਾ? ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਜਾਂ ਕਸ਼ਮੀਰ? ਇਹ ਹੈਗੇ ਆ ਕਸ਼ਮੀਰ ਦੇ ਵਿੱਚ। ਕੁਐਸਚਨ ਨੰਬਰ 7, ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੁਆਰਾ ਨਿਖੇਪਣ ਨਾਲ ਕਿਸ ਦੀ ਰਚਨਾ ਹੋਈ? ਪ੍ਰਾਇਦੀਪੀ ਪਠਾਰ, ਹਿਮਾਲਿਆ ਪਰਬਤ,
ਉੱਤਰੀ ਵਿਸ਼ਾਲ ਮੈਦਾਨ ਜਾਂ ਤੱਟ ਦੇ ਮੈਦਾਨ। ਇਹ ਹੈਗੇ ਆ ਉੱਤਰੀ ਵਿਸ਼ਾਲ ਮੈਦਾਨ। ਇਹ ਮੈਦਾਨ ਪੱਛਮ ਦੇ ਵਿੱਚ ਸਿੰਧ ਨਦੀ ਤੋਂ ਲੈ ਕੇ ਪੂਰਬ ਦੇ ਵਿੱਚ ਬ੍ਰਹਮਪੁੱਤਰ ਨਦੀ ਤੱਕ ਫੈਲੇ ਹੋਏ ਆ। ਕੁਐਸਚਨ ਨੰਬਰ 8, ਜਲੌਢੀ ਮਿੱਟੀ, ਜਲੌਢੀ ਸ਼ੰਕੂ ਅਤੇ ਦਰਿਆਈ ਪੌੜੀਆਂ ਕਿਸ ਦੁਆਰਾ ਬਣਾਏ ਜਾਂਦੇ ਹਨ? ਸਮੁੰਦਰਾਂ ਦੁਆਰਾ, ਹਵਾ ਦੁਆਰਾ, ਦਰਿਆਵਾਂ ਦੁਆਰਾ, ਮਨੁੱਖ ਦੁਆਰਾ। ਇਹ ਬਣਾਏ ਜਾਂਦੇ ਆ ਦਰਿਆਵਾਂ ਦੁਆਰਾ। ਕੁਐਸਚਨ ਨੰਬਰ 9, ਪੰਜਾਬ ਵਿੱਚ ਦਰਿਆਵਾਂ ਦੇ ਆਸ-ਪਾਸ ਅਕਸਰ ਆਉਣ ਵਾਲੇ ਹੜ੍ਹਾਂ ਕਾਰਨ ਬਣੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ? ਰੇ, ਸੇਮ, ਬੇਟ ਜਾਂ ਸ਼ਾਹਿਆ। ਇਹਨਾਂ ਨੂੰ ਕਿਹਾ ਜਾਂਦਾ ਹੈ ਬੇਟ। ਕੁਐਸਚਨ ਨੰਬਰ 10, ਸ਼ਿਵਾਲਿਕ ਖੇਤਰ ਵਿੱਚ ਰੇਤ, ਬਜਰੀ, ਪੱਥਰ ਅਤੇ ਗੀਟਿਆਂ ਤੋਂ ਬਣੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ? ਖਾਡਰ, ਬੰਗਰ, ਭਾਂਬਰ ਜਾਂ ਤਰਾਈ। ਇਹਨਾਂ ਨੂੰ ਕਿਹਾ ਜਾਂਦਾ ਹੈ ਭਾਂਬਰ ਜਾਂ ਇਹਨਾਂ ਨੂੰ ਘਾੜ ਵੀ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 11, 1947 ਈਸਵੀ ਦੀ ਵੰਡ ਤੋਂ ਬਾਅਦ ਕਿਹੜੇ ਮੈਦਾਨਾਂ ਦਾ ਵੱਡਾ ਹਿੱਸਾ ਪਾਕਿਸਤਾਨ 'ਚ ਚਲਾ ਗਿਆ? ਪੰਜਾਬ ਤੇ ਹਰਿਆਣੇ ਦਾ ਮੈਦਾਨ, ਥਾਰ ਮਾਰੂਥਲ ਦਾ ਮੈਦਾਨ, ਗੰਗਾ ਦਾ ਮੈਦਾਨ, ਬ੍ਰਹਮਪੁੱਤਰ ਦਾ ਮੈਦਾਨ। ਇਹ ਹੈਗਾ ਪੰਜਾਬ ਅਤੇ ਹਰਿਆਣੇ ਦਾ ਮੈਦਾਨ। ਕੁਐਸਚਨ ਨੰਬਰ 12, ਤੁਹਾਡਾ ਸ਼ਹਿਰ ਹੇਠ ਲਿਖਿਆਂ ਵਿੱਚੋਂ ਕਿਸ ਦੁਆਬੇ ਵਿੱਚ ਪੈਂਦਾ ਹੈ? ਇਹ ਹੁਣ ਤੁਸੀਂ ਆਪ ਦੇਖਣਾ, ਤੁਸੀਂ ਜਿਹੜੇ ਵੀ ਏਰੀਏ 'ਚ ਹੈਗੇ ਆ, ਕਿਹੜੇ ਸ਼ਹਿਰ ਦੇ ਵਿੱਚ ਹੈਗੇ ਆ, ਅਤੇ ਉਸ ਸ਼ਹਿਰ ਦੇ ਅਕੋਰਡਿੰਗ ਤੁਸੀਂ ਕਿਸ ਦੁਆਬੇ ਦੇ ਵਿੱਚ ਤੁਹਾਡਾ ਸ਼ਹਿਰ ਆਉਂਦਾ ਹੈ, ਇਹ ਤੁਸੀਂ ਦੱਸਣਾ ਅਤੇ ਤੁਸੀਂ ਇਹਦਾ ਆਨਸਰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਜ਼ਰੂਰ ਲਿਖਣਾ। ਕੁਐਸਚਨ ਨੰਬਰ 13, ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਹਵਾ ਦੇ ਨਿਪੇਖ ਦੁਆਰਾ ਉੱਚੇ ਨੀਵੇਂ ਰੇਤ ਦੇ ਟਿੱਲਿਆਂ ਨੂੰ ਕੀ ਕਿਹਾ ਜਾਂਦਾ ਹੈ? ਗੰਗਰੋਹੀ, ਕੌਰ, ਖੋਲ੍ਹਾਂ ਜਾਂ ਪੂੜ। ਇਹਨਾਂ ਨੂੰ ਕਿਹਾ ਜਾਂਦਾ ਹੈ ਪੂੜ। ਕੁਐਸਚਨ ਨੰਬਰ 14, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿੱਚ ਸਥਿਤ ਡੈਲਟੇ ਦਾ ਨਾਮ ਕੀ ਹੈ? ਸੁੰਦਰਬਨ, ਗੰਗਾ ਦਾ ਡੈਲਟਾ, ਕਾਵੇਰੀ ਦਾ ਡੈਲਟਾ ਜਾਂ ਮਹਾਨਦੀ ਦਾ ਡੈਲਟਾ। ਇਹ ਹੈਗਾ ਗੰਗਾ ਦਾ ਡੈਲਟਾ। ਸੋ ਇਹ ਸੀ ਆਪਣਾ ਇਸ ਚੈਪਟਰ ਦਾ ਲਾਸਟ ਕੁਐਸਚਨ। ਤੁਸੀਂ ਪਿਛਲੇ ਸਾਰੇ ਚੈਪਟਰ ਵੀ ਰਿਵਾਈਜ਼ ਕਰ ਲਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇਸੇ ਚੈਨਲ 'ਤੇ ਤੁਹਾਨੂੰ ਆਪਣੇ ਅੱਗੇ ਦਾ ਸਿਲੇਬਸ ਫਿਊਚਰ ਦੇ ਵਿੱਚ ਵੀ ਸਾਰਾ ਮਿਲ ਜਾਏਗਾ ਅਤੇ ਨਾਲ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰਦੇ ਰਹੋ। ਤੁਹਾਨੂੰ ਵੀਡੀਓ ਲੈਸਨ ਵਧੀਆ ਲੱਗਦੇ ਆ ਤਾਂ ਤੁਸੀਂ ਇਹਨਾਂ ਨੂੰ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰੋ ਅਤੇ ਮੈਂ ਇਸ ਦੀ ਡਿਸਕ੍ਰਿਪਸ਼ਨ ਦੇ ਵਿੱਚ ਇੱਕ WhatsApp ਲਿੰਕ ਸ਼ੇਅਰ ਕਰ ਦੂੰਗੀ ਅਤੇ ਉਹ ਫ੍ਰੀ WhatsApp ਗਰੁੱਪ ਹੋਏਗਾ ਅਤੇ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਆਪਣੀ ਪ੍ਰੈਪਰੇਸ਼ਨ ਦੇ ਲਈ। ਥੈਂਕ ਯੂ ਸੋ ਮਚ ਫॉर ਵਾਚਿੰਗ। ਬਾਏ ਬਾਏ।